जी अस्सलाम वालेकुम जी सज्जनों मित्रों ਤੇ ਬੇਲੀਓ ਕੀ ਹਾਲ ਚਾਲ ਹੈ ਸਾਰਿਆਂ ਦਾ। ਅੱਲਾਹ ਤਾਲਾ ਜ਼ਾਤ ਮੇਰੇ ਸਾਰੇ ਦੋਸਤਾਂ ਨੂੰ ਆਪਣੇ ਹਿਫਜ਼ੋ-ਮਾਨ 'ਚ ਰੱਖੇ। ਅੱਜ ਫਿਰ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲ ਹਾਜ਼ਰ ਹੋਏ ਹਾਂ। ਗੱਲ ਅਸੀਂ ਕਰਨਾ ਚਾਹੁੰਦੇ ਹਾਂ ਡੋਗਰ ਮੋਟਰ ਸ਼ਹਿਜ਼ਾਦ ਡੋਗਰ ਸਾਹਿਬ ਤੇ ਔਰ ਬਾਬੂ ਭਾਈ ਤੇ। ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੋਸਟਲੀ ਅਸੀਂ ਆਪਣੇ ਕੰਮ ਦੇ ਮੁਤਲਕ ਵੀਡੀਓ ਬਣਾਈ ਦੀਆਂ ਨੇ ਤੇ ਹੋਰ ਕੋਈ ਵੀਡੀਓ ਨਹੀਂ ਬਣਾਈ ਦੀ। ਤੇ ਲੇਕਿਨ ਚूँकि ਅੱਜ ਕੱਲ੍ਹ ਇਹਨਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਆ ਰਹੀਆਂ ਨੇ ਤੇ ਉਹ ਵੇਖ ਕੇ ਨਾ ਦੁੱਖ ਹੁੰਦਾ। ਇੱਕ ਮੇਰਾ ਮਕਸਦ ਇਸ ਵੀਡੀਓ ਦਾ ਕਿਸੇ ਬੰਦੇ ਦੀ ਦਿਲਦਾਰੀ ਨਹੀਂ, ਸਿਰਫ ਔਰ ਸਿਰਫ ਇਹ ਵੀਡੀਓ ਇੱਕ ਸਮਝਾਉਣ ਦੀ ਖਾਤਰ ਜਿਹੜਾ ਨਾ ਉਹ ਅਸੀਂ ਬਣਾਉਣ ਲੱਗੇ ਹਾਂ ਕਿ ਚਲੋ ਇਹਨਾਂ ਦੋਸਤਾਂ ਦਾ ਆਪਸ 'ਚ ਕਲੈਸ਼ ਹੋ ਗਿਆ ਏ ਤੇ ਅੱਛੇ ਤਰੀਕੇ ਨਾਲ ਨਹੀਂ ਹੋਇਆ। ਅਗਰ ਆਇੰਦਾ ਤੋਂ ਕੋਈ ਵੀ ਦੋਸਤ ਕੋਈ ਕਾਰੋਬਾਰ ਕਰਦੇ ਨੇ ਉਹ ਉਹਦੇ ਤੋਂ ਲਹਿਦਾ ਹੁੰਦੇ ਨੇ ਤੇ ਉਹ ਕਮ ਅਜ਼ ਕਮ ਸੋਚ ਸਮਝ ਕੇ ਜਿਹੜਾ ਨਾ ਲਹਿਦਾ ਹੋਣ। ਇਸ ਤਰ੍ਹਾਂ ਦੀ ਕੋਈ ਖੱਚ ਨਹੀਂ ਵੱਜਣੀ ਚਾਹੀਦੀ ਕਿ ਇੱਕ ਬੰਦਾ ਦੂਸਰੇ ਤੇ ਵੀਡੀਓ ਬਣਾ ਰਿਹਾ, ਦੂਸਰਾ ਫਿਰ ਉਹਦੇ ਤੇ ਵੀਡੀਓ ਬਣਾ ਰਿਹਾ, ਲੋਕ ਉਸ ਚੀਜ਼ ਦੇ ਮਜ਼ੇ ਲੈਂਦੇ ਪਏ ਨੇ। ਅੱਛਾ, ਮੈਂ ਨਾ ਕਾਫੀ ਜ਼ਿਆਦਾ ਵੀਡੀਓ ਹੁਣ ਬਾਬੂ ਭਾਈ ਦੀਆਂ ਵੀ ਦੇਖ ਚੁੱਕਿਆ ਵਾਂ, ਹੋਰ ਵੀ ਕਾਫੀ ਬੰਦਿਆਂ ਦੀਆਂ ਦੇਖ ਰਿਹਾ ਵਾਂ। ਮੈਂ ਪਹਿਲੀ ਵੀਡੀਓ ਜਿਹੜੀ ਬਣਾਈ ਸੀ, ਪਹਿਲੀ ਵੀਡੀਓ ਸਿਰਫ ਇਸ ਵਜ੍ਹਾ ਤੋਂ ਬਣਾਈ ਸੀ, ਮੇਰੇ ਕਹਿਣ ਦਾ ਮਕਸਦ ਸੀ ਉਹਦੇ ਵਿੱਚ ਇਹ ਕਿ ਲਹਿਦਾ ਹੁੰਦੇ ਆਏ, ਸਕੇ ਭਰਾ ਵੀ ਲਹਿਦਾ ਹੁੰਦੇ ਆਏ ਤੇ ਤੁਸੀਂ ਇਸ ਤਰੀਕੇ ਨਾਲ ਲਹਿਦਾ ਹੋ ਜਾਂਦੇ ਕਿ ਕਿਸੇ ਤੀਸਰੇ ਬੰਦੇ ਨੂੰ ਪਤਾ ਹੀ ਨਾ ਹੁੰਦਾ ਤੁਸੀਂ ਆਪਣਾ ਕੰਮ ਕਰਦੇ ਪਏ ਹੁੰਦੇ। ਉਹਦੇ ਵਿੱਚ ਨਾ ਅੱਜ ਇੱਕ ਵੀਡੀਓ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਏ। ਬਾਬੂ ਭਾਈ ਨੇ ਜਿਹੜਾ ਨਾ ਇੱਕ ਵਜ਼ਾਹਤੀ ਬਿਆਨ ਦਿੱਤਾ ਏ ਕਿ ਅਸੀਂ ਜਿਹੜਾ ਨਾ ਡੋਗਰ ਸਾਹਿਬ ਪਹਿਲੇ ਉਮਰੇ ਤੋਂ ਆਏ ਨੇ ਤੇ ਦੁਬਾਰਾ ਇਹਨਾਂ ਨੇ ਥਾਈਲੈਂਡ ਜਾਣਾ ਸੀ, 3 ਦਿਨਾਂ ਦਾ ਟੂਰ ਸੀ। ਉਹ ਕਮਿਸ਼ਨ ਦੇ ਮਸਲੇ ਮਸਾਇਲ ਸੀ ਤੇ ਉਹ ਚਲੇ ਜਾਂਦੇ ਨੇ ਦੁਬਾਰਾ ਥਾਈਲੈਂਡ। ਤੇ ਉਹ ਕਮਿਸ਼ਨ ਜਿਹੜੀ ਹੈ ਪਹਿਲੇ ਉਹਨਾਂ ਬੰਦਿਆਂ ਨੂੰ ਡੀਲਰਾਂ ਨੂੰ ਕਿਹਾ ਕਿ ਅਸੀਂ ਜ਼ਿਆਦਾ ਦਿਆਂਗੇ ਤੇ ਜਾਣ ਲੱਗਿਆ ਬਾਬੂ ਭਾਈ ਨੂੰ ਕਹਿ ਦਿੱਤਾ ਕਿ ਤੁਸੀਂ ਘੱਟ ਦੇ ਦੇਣਾ। ਮੈਂ ਫਿਰ ਦੁਬਾਰਾ ਉਸੇ ਗੱਲ ਦੇ ਉੱਪਰ ਆਉਣਾ ਵਾਂ ਕਿ ਇਹ ਜਿਹੜਾ ਮਸਲਾ ਸੀ ਇਹ ਬੈਠ ਕੇ ਵੀ ਹੱਲ ਹੋ ਸਕਦਾ ਸੀ, ਉਹਨਾਂ ਦੇ ਆਉਣ ਤੋਂ ਬਾਅਦ ਵੀ ਹੱਲ ਹੋ ਸਕਦਾ ਸੀ। ਅਗਰ ਕੋਈ ਮਜਬੂਰੀ ਬਣ ਗਈ ਸੀ ਕਿ ਤੁਹਾਨੂੰ ਬਾਬੂ ਭਾਈ ਨੂੰ ਬੰਦੇ ਤੰਗ ਕਰਦੇ ਪਏ ਸੀ ਕਿ ਤੁਸੀਂ ਜਿਹੜਾ ਨਾ ਉਹ ਸਾਨੂੰ ਡੋਗਰ ਸਾਹਿਬ ਨੇ ਜ਼ਿਆਦਾ ਆਖੀ ਹੈ ਤੁਸੀਂ ਘੱਟ ਦਿੰਦੇ ਪਏ ਜੇ, ਤੇ ਉਹਨਾਂ ਬੰਦਿਆਂ ਨੂੰ ਮੈਨੇਜ ਕਰਦੇ, ਉਹਨਾਂ ਨੂੰ ਕਹਿੰਦੇ ਕਿ ਚਲੋ ਕੋਈ ਗੱਲ ਨਹੀਂ ਉਹ ਆ ਜਾਣਗੇ ਤੇ ਬਾਕੀ ਫਿਰ ਜਿਹੜਾ ਇਹ ਲੈਣ ਦੇਣ ਹੋ ਜਾਏਗਾ। ਤੇ ਫਿਰ ਵੀ ਹੁਣ ਵੀ ਇਹ ਜਿਹੜਾ ਕੰਮ ਕਰਦੇ ਪਏ ਨੇ ਉਹ ਹੈ ਤਾਂ ਗਲਤ, ਚਾਹੇ ਉਹ ਸ਼ਹਿਜ਼ਾਦ ਡੋਗਰ ਸਾਹਿਬ ਕਰ ਰਹੇ ਨੇ ਚਾਹੇ ਬਾਬੂ ਭਾਈ ਕਰ ਰਹੇ ਨੇ। ਬਾਬੂ ਭਾਈ ਨੇ ਆਪਣਾ ਕਾਰ ਮੇਲਾ ਬਣਾ ਲਿਆ ਜਾ ਕੇ, ਉਹ ਆਪਣੀਆਂ ਗੱਡੀਆਂ ਸੇਲ ਕਰ ਰਹੇ ਨੇ, ਸ਼ਹਿਜ਼ਾਦ ਸਾਹਿਬ ਆਪਣੀਆਂ ਗੱਡੀਆਂ ਸੇਲ ਕਰ ਰਹੇ ਨੇ। ਤੇ ਹੁਣ ਉਹਦੇ 'ਚ ਮਸਲਾ ਕੀ ਹੈ ਕਿ ਆਏ ਰੋਜ਼ ਇੱਕ ਦੂਜੇ ਦੇ ਖਿਲਾਫ ਕੀਚੜ ਉਛਾਲਣਾ, ਉਹਦੇ ਕਾਰੋਬਾਰ ਦੇ ਮੁਤਲਕ ਗੱਲਾਂ ਕਰਨਾ ਕਿ ਉਹ ਇਸ ਤਰ੍ਹਾਂ ਕਰਦਾ ਰਿਹਾ। ਫਰਜ਼ ਕਰੋ ਕਿ ਉਹ ਹੁਣ ਬਾਬੂ ਭਾਈ ਕਹਿੰਦੇ ਨੇ ਜੀ ਕਿ ਉੱਥੇ ਬੜੀ ਜ਼ਿਆਦਤੀ ਹੁੰਦੀ ਸੀ, ਡੀਲਰਾਂ ਨੂੰ ਉੱਥੇ ਬੜੀ ਪਰੇਸ਼ਾਨੀ ਸੀ ਤੇ ਤੁਸੀਂ ਵੀ ਤਾਂ ਉਸ ਸਿਸਟਮ ਦਾ ਇੱਕ ਹਿੱਸਾ ਸੀ ਜੇ ਨਾ। ਅੱਜ ਤੁਸੀਂ ਉਹਦੇ ਤੋਂ ਬਾਹਰ ਜੇ ਤੇ ਅੱਜ ਤੁਸੀਂ ਉਹਦੇ ਮੁਤਲਕ ਗੱਲ ਕਰ ਰਹੇ ਜੇ, ਤੁਸੀਂ ਉੱਥੇ ਰਹਿ ਕੇ ਉਹਦੇ ਮੁਤਲਕ ਗੱਲ ਕਰ ਸਕਦੇ ਸੀ। ਹੁਣ ਮਜ਼ੀਦ ਕੋਸ਼ਿਸ਼ ਕਰੋ ਦੋਵੇਂ ਘਰ ਹੀ ਕਿ ਇਸ ਚੀਜ਼ ਨੂੰ ਇਗਨੋਰ ਕਰੋ, ਇਸ ਚੀਜ਼ ਤੋਂ ਬਚੋ। ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਤੁਸੀਂ ਇੱਕ ਦੂਸਰੇ ਦੇ ਖਿਲਾਫ ਵੀਡੀਓ ਪਾ ਰਹੇ ਜੇ ਔਰ ਪਹਿਲੇ ਦਿਨ ਦੀ ਲੈਂਗੁਏਜ ਜਿਸ ਦਿਨ ਇਹ ਲਹਿਦਾ ਹੋਏ ਸਨ ਔਰ ਅੱਜ ਦੀ ਲੈਂਗੁਏਜ ਦੇ ਵਿੱਚ ਬੜਾ ਫਰਕ ਪੈ ਗਿਆ। ਉਹਦੇ ਵਿੱਚ ਜਿਹੜੀ ਇੱਜ਼ਤ ਵਾਲੇ ਅਲਫਾਜ਼ ਨੇ ਨਾ ਉਹ ਖਤਮ ਹੀ ਹੋ ਗਏ ਨੇ। ਉਹ ਹੁਣ ਦੋਨਾਂ ਸਾਈਡਾਂ ਤੋਂ ਜਿਹੜਾ ਨਾ ਜਿਹੜੇ ਅਲਫਾਜ਼ ਬੋਲੇ ਜਾਂਦੇ ਨੇ ਉਹ ਗਲਤ ਹੀ ਬੋਲੇ ਜਾਂਦੇ ਨੇ। ਦੋਨਾਂ ਘਰਾਂ ਨੇ ਆਪਣੇ ਲਹਿਦਾ ਸ਼ੋਰੂਮ ਕਰ ਲਏ ਨੇ। ਦੋਨਾਂ ਘਰਾਂ ਨੂੰ ਚਾਹੀਦਾ ਹੁਣ ਆਪਣੇ ਕਾਰੋਬਾਰ ਵਾਲੇ ਤੋਜੋ ਦੇਣ, ਬਜਾਏ ਇਸ ਦੇ ਕਿ ਇੱਕ ਦੂਜੇ ਦੀਆਂ ਜਿਹੜੀਆਂ ਨੇ ਉਹ ਵੀਕ ਪੁਆਇੰਟ ਸ਼ੇਅਰ ਕਰਨ ਵੀਡੀਓਜ਼ ਦੇ ਵਿੱਚ ਆ ਕੇ। ਤੇ ਤੁਹਾਡੀ ਮਿਹਰਬਾਨੀ ਹੈ ਤੁਸੀਂ ਜਿਹੜਾ ਨਾ ਦੋਵੇਂ ਘਰ ਆਪਣੇ ਆਪਣੇ ਕੰਮ ਦੀਆਂ ਵੀਡੀਓ ਬਣਾਓ, ਨਾ ਕਿ ਇੱਕ ਦੂਜੇ ਦੇ ਖਿਲਾਫ ਤੁਸੀਂ YouTube ਜਾਂ TikTok 'ਤੇ ਬਹਿ ਕੇ ਕੀਚੜ ਉਛਾਲਦੇ ਰਹੋ। ਇਹ ਤੁਹਾਡੀ ਮਿਹਰਬਾਨੀ ਹੈ, ਸਾਡਾ ਇੱਕ ਛੋਟਾ ਜਿਹਾ ਮਸ਼ਵਰਾ ਹੈ। ਔਰ ਮੇਰੀ ਸਾਰੇ ਦੋਸਤਾਂ ਅੱਗੇ ਅਪੀਲ ਹੈ, ਜਿੰਨੇ ਵੀ ਮੇਰੇ ਦੋਸਤ ਨੇ ਜਿਹੜੇ ਕੰਮ ਨਾਲ ਵੀ ਰਿਲੇਟਡ ਨੇ, ਅਗਰ ਤੁਸੀਂ ਇਕੱਠੇ ਹੋ ਕੇ ਕਿਸੇ ਜਗ੍ਹਾ 'ਤੇ ਕੰਮ ਕਰਦੇ ਜੇ ਤੇ ਲਹਿਦਾ ਹੋਣ ਲੱਗਿਆ ਵੀ ਜਿਹੜਾ ਨਾ ਅੱਛੇ ਤਰੀਕੇ ਨਾਲ ਲਹਿਦਾ ਹੋਵੋ, ਇੱਕ ਦੂਸਰੇ ਦੇ ਬਹਿ ਕੇ ਵੀਕ ਪੁਆਇੰਟ ਨਾ ਦੱਸੋ, ਇੱਕ ਦੂਜੇ ਦੇ ਖਿਲਾਫ ਗਲਤ ਗੱਲਾਂ ਨਾ ਕਰੋ, अच्छे तरीके नाल लैदा हो के अपना कारोबार करो। रिज़क मिन जानिब अल्लाह है, रिज़क अल्लाह ने देना ही देना है। मेहरबानी। पाकिस्तान जिंदाबाद।